ਔਰ ਜੇ ਆਪਾਂ ਗੱਲ ਕਰੀਏ ਵਿਕਾਸ ਕਾਰਜਾਂ ਦੀ 13 ਮੈਂਬਰ ਆਫ ਪਾਰਲੀਮੈਂਟ ਪੂਰੇ ਪੰਜਾਬ 'ਚ ਨੇ ਜੀ 13 ਦੇ ਵਿੱਚੋਂ ਜੇ ਤੁਸੀਂ ਪੰਜਾਬ ਦੇ ਵਿੱਚ ਜੇ ਤੁਸੀਂ 542 ਟੋਟਲ ਮੇਰੇ ਖਿਆਲ ਨਾਲ ਹੋਣਗੇ ਪੂਰੇ ਭਾਰਤ ਸਟੇਟ ਦੇ ਹਨਾ। ਸੋ ਜੇ ਤੁਸੀਂ ਉਹਨਾਂ ਦੇ ਵਿੱਚੋਂ ਦੇਖੋਗੇ ਤਾਂ ਇੱਕੋ ਇੱਕ ਐਮਪੀ ਤੁਹਾਨੂੰ ਕੰਮ ਕਰਦਾ ਦਿਖੂਗਾ। ਮੈਂ ਵਾਅਦੇ ਨਾਲ ਕਹਿ ਸਕਦਾ, ਤੁਸੀਂ ਮੈਨੂੰ ਦਿਖਾ ਦਿਓ। ਬਾਕੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਆਪਣੇ ਘਰ ਨਹੀਂ ਬੜੇ, ਉਹਨਾਂ ਨੇ ਪੂਰੇ ਹਲਕੇ ਦੇ ਵਿੱਚ ਜਾ ਕੇ ਔਰ ਸੰਗਰੂਰ ਦੇ ਵਿੱਚ ਗੱਲ ਕਰ ਲਈਏ ਤੇ ਭਾਵੇਂ ਮਲੇਰਕੋਟਲੇ ਦੀ ਗੱਲ ਕਰ ਲਈ ਤੇ ਬਰਨਾਲੇ ਦੀ ਗੱਲ ਕਰ ਲਈਏ, ਬਰਨਾਲੇ ਦੇ ਲਈ ਉਹਨਾਂ ਨੇ 74 ਕਰੋੜ ਰੁਪਏ, ਠੀਕ ਹੈ। ਜੇ ਸੰਗਰੂਰ ਦੀ ਗੱਲ ਕਰ ਲਈ ਤੇ 164 ਕਰੋੜ ਰੁਪਏ ਤੇ ਜੇ ਮਲੇਰਕੋਟਲੇ ਦੀ ਗੱਲ ਕਰ ਲਈ ਤਾਂ 53 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਬਿਜਲੀ ਦੇ ਨਵੀਨੀਕਰਨ ਲਈ ਸਰਦਾਰ ਸਿਮਰਨਜੀਤ ਮਾਨ ਸਾਹਿਬ ਸੈਂਟਰ ਦੇ ਵੱਲੋਂ ਲੈ ਕੇ ਆਇਆ। ਇਹ ਬਦਲਾਅ ਦੇ ਵਿੱਚ ਇਹਨਾਂ ਨੇ ਵਾਅਦੇ ਕੀਤਾ ਨਾ, ਕੇਜਰੀਵਾਲ ਨੇ ਵਾਅਦਾ ਕੀਤਾ ਨਾ ਕਿ ਅਸੀਂ 24 ਘੰਟਿਆਂ ਦੇ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦੇਵਾਂਗੇ। ਫਿਰ ਇਹਨਾਂ ਦੀ ਅਨਮੋਲ ਗਗਨਮਾਨ ਨੇ ਕਿਹਾ ਤੇ ਸਾਡੀ ਸਰਕਾਰ ਬਣਾਓ ਤੇ ਤੁਹਾਨੂੰ ਐਦਾਂ ਐਮਐਸਪੀ ਜਿਹੜੀ ਹੈਗੀ ਦੇਵਾਂਗੇ। ਤੇ ਭਗਵੰਤ ਮਾਨ ਨੇ ਕਿੰਨੇ ਲਾਰੇ ਲਾਏ ਕਿ ਕਿੰਨੇ ਹੀ ਨੌਜਵਾਨਾਂ ਨੂੰ ਮੈਂ ਨੌਕਰੀ ਤੇ ਦੇਵਾਂਗਾ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਦੱਸੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮਿਲਿਆ? ਫਿਰ ਕੀ ਤੁਸੀਂ ਦੇਖੋਗੇ ਅੱਜ ਮੱਕੀ ਦੀ ਫਸਲ ਜਿਹੜੀ ਕਿਸਾਨਾਂ ਦੀ ਰੁਲਦੀ ਪਈ ਆ ਉਹਦਾ ਐਮਐਸਪੀ ਕਿੱਥੇ ਹੈ? ਕੋਈ ਅਨਮੋਲ ਗਗਨਮਾਨ ਨੂੰ ਜਿਹੜਾ ਹੈ ਜਵਾਬ ਦੇਣ ਵਾਲਾ? ਜ਼ਮੀਨਾਂ ਦੀ ਗੱਲ ਕੀਤੀ, ਅਸੀਂ ਕਬਜ਼ੇ ਛੁਡਾਵਾਂਗੇ। ਜਦੋਂ ਇਹ ਲਵਲੀ ਜਿਹੜੀ ਯੂਨੀਵਰਸਿਟੀ ਵਾਲੇ ਦਾ ਨਾਮ ਆਇਆ, ਤੁਹਾਨੂੰ ਪਤਾ ਹੋਣਾ, ਜਦੋਂ ਉਹ ਨਾਮ ਆ ਗਿਆ ਉਦੋਂ ਬਾਅਦ ਇਹਨਾਂ ਨੇ ਕਬਜ਼ੇ ਛੁਡਾਉਣੇ ਬੰਦ ਕਰਤੀ। ਫਿਰ ਕਿੱਥੇ ਗਏ ਕਬਜ਼ੇ? ਮੂਸੇਵਾਲਾ ਮੈਂ ਸਮਝਦਾ ਜਿਹੜੇ ਇਦਾਂ ਦੇ ਨੌਜਵਾਨ ਆ, ਸਦੀਆਂ 'ਚ ਕਦੇ ਇੱਕ ਵਾਰ ਸਦੀਆਂ ਦੇ ਵਿੱਚ ਕਦੇ ਇਦਾਂ ਦੇ ਨੌਜਵਾਨ ਆਉਂਦੇ ਆ। ਜਿੱਦਾਂ ਦਾ ਨੌਜਵਾਨ ਸਾਡੇ ਕੋਲੇ ਆਇਆ ਸੀ, ਇੱਕ ਐਸਾ ਨੌਜਵਾਨ ਸੀ ਜਿਹੜਾ ਮਹੀਨੇ ਦੇ ਵਿੱਚ 2.5 ਕਰੋੜ ਦੇ ਲਗਭਗ ਜਿਹੜਾ ਟੈਕਸ ਭਰਦਾ ਸੀ। ਹੁਣ ਤੁਸੀਂ ਬਦਲਾਅ ਦੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛੀ ਸੀ ਉਹ ਫੇਰ ਇੱਥੇ ਆ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ 2.5 ਕਰੋੜ ਰੁਪਏ ਟੈਕਸ ਦੇਣ ਵਾਲੇ ਨੌਜਵਾਨਾਂ ਨੂੰ ਬਚਾ ਨਹੀਂ ਸਕਦੀਆਂ, ਉਹਨਾਂ ਤੋਂ ਆਮ ਲੋਕ ਕੀ ਉਮੀਦ ਲਾਈ ਬੈਠੇ ਆ। ਪਰ ਇਹਨਾਂ ਦੇ ਇੱਕ ਬੜੇ ਨਲਾਇਕ, ਮੈਂ ਕਹੂੰਗਾ ਨਲਾਇਕ ਬੰਦਾ ਸੀ ਜਿਹੜਾ ਇਹਨਾਂ ਦਾ ਮੀਡੀਆ ਸਲਾਹਕਾਰ ਲਾਇਆ ਸੀ, ਬਲਤੇਜ ਬੰਨੂ, ਜਿਹਦੀ ਨਲਾਇਕੀ ਕਰਕੇ ਜਿਹਨੇ ਪਹਿਲਾਂ ਤਾਂ ਸਰਕਾਰ ਨੇ ਦੀ ਸਿਕਿਉਰਿਟੀ ਘਟਾਈ। ਤੁਹਾਨੂੰ ਪਤਾ ਹੈ ਸਿਕਿਉਰਿਟੀ ਘਟਾਉਣ ਤੋਂ ਬਾਅਦ ਦੇ ਵਿੱਚ ਕੀ ਕੀਤਾ ਕਿ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਔਰ ਉਸ ਤੋਂ ਬਾਅਦ ਹੀ ਇਹਦੇ ਤੇ ਹਮਲਾ ਹੁੰਦਾ ਤੇ ਗੈਂਗਸਟਰਵਾਦ ਦੇ ਵਿੱਚ ਜਿਹੜਾ ਸਾਡਾ ਭਰਾ ਮਾਰਿਆ ਜਾਂਦਾ। ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। 30 ਤੋਂ 31 ਲੱਖ ਰੁਪਏ ਦੇ ਇਹਦਾ ਜਿਹੜਾ ਸਟਾਫ ਲਾ ਲਈਏ, ਚਾਹੇ ਇਹਨਾਂ ਨੂੰ ਵਿੱਚ ਲਾ ਲਈਏ, ਚਾਹ ਦੇ ਪਕੌੜੇ ਖਾ ਗਏ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ 30 ਤੋਂ 31 ਲੱਖ ਰੁਪਏ ਦੇ ਚਾਹ ਦੇ ਪਕੌੜੇ ਖਾ ਜਾਣਗੇ, ਕੀ ਇਹ ਪੰਜਾਬ ਨੂੰ ਕਰਜ਼ੇ ਦੇ ਵਿੱਚੋਂ ਬਾਹਰ ਕੱਢਣਗੇ? ਸਾਰੀਆਂ ਇਹ ਉਹੀ ਬੀਬੀ ਨਹੀਂ ਹੈਗੀ ਜਿਹੜੀ ਐਮਐਸਪੀ ਦੀ ਗੱਲ ਕਰਦੀ, ਜਿਹੜੀ ਕਹਿੰਦੀ ਐਮਐਸਪੀ ਦੇਵਾਂਗੇ, ਉਹੀ ਬੀਬੀ ਹੈ ਨਾ ਇਹ ਜਿਹਨੇ ਕਿਹਾ ਵੀ 5 ਲੱਖ ਦੇਵਾਂਗੇ। ਇੱਕ ਪਾਸੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਅਵਲ ਆ ਰਹੇ ਨੇ, ਜਿਹੜੇ ਪੋਜੀਸ਼ਨਾਂ ਹਾਸਲ ਕਰ ਰਹੇ ਨੇ, ਉਹਨਾਂ ਨੂੰ 51,000, ਇੱਕ ਪਾਸੇ ਉਹਨਾਂ ਨੂੰ 51,000 ਰੁਪਏ ਦਾ ਇਨਾਮ ਦਿੱਤਾ ਜਾਂਦਾ ਤੇ ਦੂਜੇ ਪਾਸੇ ਪਤੰਗ ਚੜਾਉਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਂਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਨਰਪ੍ਰੀਤ ਸਿੰਘ ਜੈਤੋ। ਤੁਸੀਂ ਸੱਚ ਦਾ ਸੁਣਨ ਨਾਲ ਜੁੜੇ ਹੋਏ ਹੋ। ਪੰਜਾਬ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿੱਚ ਲਿਆਂਦਾ। ਕਿ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਹੈ ਜਾਂ ਨਹੀਂ? ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਰਨਾਲਾ ਤੋਂ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਖੁੱਡੀ। ਬਈ ਕਿਵੇਂ ਦੇਖਦੇ ਹੋ ਜੋ ਉਮੀਦਾਂ ਸੀ ਲੋਕਾਂ ਨੂੰ ਆਮ ਆਦਮੀ ਸਰਕਾਰ ਤੋਂ, ਕੀ ਪਾਰਟੀ ਉਹਨਾਂ ਲੋਕਾਂ ਦੀਆਂ ਉਮੀਦਾਂ ਤੇ ਖਰੀ ਉਤਰ ਰਹੀ ਹੈ ਜਾਂ ਨਹੀਂ? ਹਾਂਜੀ, ਸੱਚ ਦਾ ਸੁਨੇਹਾ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਔਰ ਆਪ ਸਭ ਨੂੰ ਗੁਰਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਆਪਾਂ ਗੱਲ ਕੀਤੀ ਹੈ ਕਿ ਆਪਾਂ ਆਮ ਆਦਮੀ ਪਾਰਟੀ ਦਾ ਜੋ ਪੂਰਾ 1.5 ਸਾਲ ਹੋ ਚੁੱਕਿਆ, 1.5 ਸਾਲ ਦੀ ਕਾਰਗੁਜ਼ਾਰੀ ਦੇ ਲਈ ਤੁਸੀਂ ਸਵਾਲ ਦੀ ਗੱਲ ਕੀਤੀ ਹੈ ਕਿ ਉਹਨਾਂ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਕਿੱਦਾਂ ਦੀ ਰਹੀ ਹੈ, ਤੁਸੀਂ ਇਹ ਕਹਿਣਾ ਚਾਹੁੰਦੇ ਹੋ। ਜੇ ਮੈਂ ਕਾਰਗੁਜ਼ਾਰੀ ਦੀ ਗੱਲ ਕਰਾਂ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਇਦਾਂ ਰਹੀ ਹੈ ਜਿੱਦਾਂ ਆਪਾਂ ਟ੍ਰੇਨ ਨਹੀਂ ਵੇਖ ਰਹੇ ਹੁਣ, ਤੁਸੀਂ ਵਿੱਚ ਆ ਰਹੀ ਹੈ ਨਾ ਆਵਾਜ਼ ਬੜੀ ਸਕ ਕਰਦੀ ਤੇ ਕੂ ਕਰਦੀ, ਇਹ ਵੀ ਆਈ ਸੀ ਸਕ ਕਰਦੇ ਤੇ ਲੋਕਾਂ ਨੂੰ ਬੜਾ ਇਦਾਂ ਸੀਗਾ ਕਿ ਇਹ ਬਦਲਾਅ ਦੇ ਵਿੱਚ ਪਤਾ ਨਹੀਂ ਕਿੱਡਾ ਨਵਾਂ ਕੀ ਕੁਛ ਲੈ ਕੇ ਆਉਣਗੇ। ਪਰ ਜੇ ਤੁਸੀਂ ਦੇਖੋਗੇ ਬਦਲਾਅ ਦੇ ਵਿੱਚ ਇਹਨਾਂ ਨੇ ਵਾਅਦੇ ਕੀਤਾ ਨਾ, ਕੇਜਰੀਵਾਲ ਨੇ ਵਾਅਦਾ ਕੀਤਾ ਨਾ ਕਿ ਅਸੀਂ 24 ਘੰਟਿਆਂ ਦੇ ਵਿੱਚ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਦੇਵਾਂਗੇ। ਫਿਰ ਇਹਨਾਂ ਦੀ ਅਨਮੋਲ ਗਗਨਮਾਨ ਨੇ ਕਿਹਾ ਤੇ ਸਾਡੀ ਸਰਕਾਰ ਬਣਾਓ ਤੇ ਤੁਹਾਨੂੰ ਐਦਾਂ ਐਮਐਸਪੀ ਜਿਹੜੀ ਹੈਗੀ ਦੇਵਾਂਗੇ। ਤੇ ਭਗਵੰਤ ਮਾਨ ਨੇ ਕਿੰਨੇ ਲਾਰੇ ਲਾਏ ਕਿ ਕਿੰਨੇ ਹੀ ਨੌਜਵਾਨਾਂ ਨੂੰ ਮੈਂ ਨੌਕਰੀ ਤੇ ਦੇਵਾਂਗਾ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਮੈਨੂੰ ਦੱਸੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਇਨਸਾਫ ਮਿਲਿਆ? ਕੀ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੀ ਗੱਲ ਕਰੀ, ਨਿਤ ਦਿਨ ਡਰਾਮਾ ਕ੍ਰੀਏਟ ਕਰਦੇ ਆ। ਕੱਲ ਦੇ ਤੁਸੀਂ ਵੀਡੀਓ ਦੇਖੋਗੇ ਭਗਵੰਤ ਮਾਨ ਸਾਹਿਬ ਦੀ, ਸੀਐਮ ਸਾਹਿਬ ਦੀ, ਤੁਸੀਂ ਦੇਖੋਗੇ ਕਿ ਉਹ ਇੱਕ ਬਰਫੀ ਦੇ ਨਾਲ ਮੂੰਹ ਮਿੱਠਾ ਕਰਾ ਰਿਹਾ ਉਹਨਾਂ ਅਧਿਆਪਕਾਂ ਦਾ, ਜਿਨ੍ਹਾਂ ਅਧਿਆਪਕਾਂ ਦੀ ਉਹਨਾਂ ਨੇ ਨਾ ਮਾਤਰ ਜਿਹੜੀ ਹੈਗੀ ਉਹ ਤਨਖਾਹ ਵਧਾਈ ਹੈ। ਠੀਕ ਹੈ, ਕਿਸੇ ਦੀ 10 ਤੋਂ 15 ਕੀਤੀ ਹੈ, ਕਿਸੇ ਦੀ 15 ਤੋਂ 20 ਕੀਤੀ ਹੈ, ਪਰ ਉਹਨੂੰ ਪੱਕੇ ਥੋੜੀ ਨਾ ਕੀਤਾ। ਠੀਕ ਹੈ, ਇਹ ਕੋਈ ਵਾਅਦਾ ਥੋੜੀ ਹੋਇਆ ਜੋ ਕੀਤਾ ਸੀ ਉਹਦੇ ਤੇ ਖਰੇ ਉਤਰੇ। ਫਿਰ ਕੀ ਤੁਸੀਂ ਦੇਖੋਗੇ ਅੱਜ ਮੱਕੀ ਦੀ ਫਸਲ ਜਿਹੜੀ ਕਿਸਾਨਾਂ ਦੀ ਰੁਲਦੀ ਪਈ ਆ ਉਹਦਾ ਐਮਐਸਪੀ ਕਿੱਥੇ
ਹੈ ਕੋਈ ਅਨਮੋਲ ਗਗਨਮਾਨ ਨੂੰ ਜਿਹੜਾ ਹੈ ਜਵਾਬ ਕਰਨ ਦੇਣ ਵਾਲਾ। ਸੋ ਇਸ ਕਰਕੇ ਇਹਨਾਂ ਨੇ ਬੜਾ ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਕੀਤੀ ਜ਼ਮੀਨਾਂ ਦੀ ਗੱਲ ਕੀਤੀ, ਅਸੀਂ ਕਬਜ਼ੇ ਛੁਡਾਵਾਂਗੇ। ਜਦੋਂ ਇਹ ਲਵਲੀ ਜਿਹੜੀ ਯੂਨੀਵਰਸਿਟੀ ਵਾਲੇ ਦਾ ਨਾਮ ਆਇਆ, ਤੁਹਾਨੂੰ ਪਤਾ ਹੋਣਾ, ਜਦੋਂ ਉਹ ਨਾਮ ਆ ਗਿਆ ਉਦੋਂ ਬਾਅਦ ਇਹਨਾਂ ਨੇ ਕਬਜ਼ੇ ਛੁਡਾਉਣੇ ਬੰਦ ਕਰਤੇ। ਫਿਰ ਕਿੱਥੇ ਗਏ ਕਬਜ਼ੇ? ਠੀਕ ਹੈ। ਸੋ ਇਸ ਕਰਕੇ ਇਹ ਕੋਈ ਬਦਲਾਅ ਨਹੀਂ ਆਇਆ। ਸਾਡੇ ਜਿਹੜੇ ਜਾ ਰਿਹਾ ਆਮ ਆਦਮੀ ਪਾਰਟੀ ਵੱਲੋਂ ਪ੍ਰਮੋਸ਼ਨ ਕੀਤੀ ਜਾਂਦੀ ਹੈ, ਸਰਕਾਰ ਵੱਲੋਂ ਬੈਨਰ ਲਾਏ ਜਾਂਦੇ ਆ ਕਿ 50,000 ਨੌਕਰੀ, ਕੀ ਮਿਲੀਆਂ ਨੇ ਨੌਕਰੀਆਂ? ਬਿਲਕੁਲ, ਤੁਸੀਂ ਇਹਨਾਂ ਨੇ ਕਿਹੜੀਆਂ ਨੌਕਰੀਆਂ ਮਿਲਣੀਆਂ ਤੁਹਾਡੇ ਸਾਰਾ ਕੁਝ ਸਾਹਮਣੇ ਆ। ਤੁਸੀਂ ਪਿਛਲੇ 5 ਦਿਨਾਂ ਦਾ ਸੋਸ਼ਲ ਮੀਡੀਆ ਜਿਹੜਾ ਖੰਗਾਲ ਕੇ ਵੇਖ ਲਿਓ, ਉਹਦੇ ਵਿੱਚ ਸਾਰੇ ਜਿੰਨੇ ਮੁੰਡੇ ਜਿਹੜੇ ਆਰਟੀਆਈ ਦੇ ਰਾਹੀਂ ਖੁਲਾਸਾ ਕਰਦੇ ਆ, ਉਹਨਾਂ ਨੇ ਖੁਲਾਸਾ ਕੀਤਾ ਕਿ ਇਹਨਾਂ ਨੇ ਕਿੰਨੇ ਹਜ਼ਾਰ ਨੌਕਰੀਆਂ ਦੀ ਗੱਲ ਕੀਤੀ, ਸਿਰਫ 230 ਨੌਕਰੀਆਂ ਦੀ ਗੱਲ ਆ ਜਿਹੜੀ ਉਹ ਸਾਹਮਣੇ ਆਈ ਹੈ। ਠੀਕ ਹੈ। ਤੇ ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਕਿ ਥਾਂ ਥਾਂ ਬੈਨਰ ਤਾਂ ਬਾਈ ਇਹਨਾਂ ਦਾ ਜੇ ਤੁਸੀਂ ਦੇਖੋ ਆ ਜੋਗੇ ਵਾਲੇ ਬੈਨਰ ਸੀਗੇ, ਆ ਸ਼ਾਇਦ ਪਤਾ ਨਹੀਂ ਬਠਿੰਡਾ ਸ਼ਹਿਰ ਦੀ ਗੱਲ ਹੈ ਕਿ ਇਹਨਾਂ ਨੇ ਕੱਲੇ ਖੰਭੇ ਦੇ ਉੱਤੇ ਸੀਐਮ ਸਾਹਿਬ ਆਪ ਵੀ ਖੰਭੇ ਤੇ ਚੜੇ ਬੈਠੇ ਸੀ ਤੇ ਉਹ ਕੇਜਰੀਵਾਲ ਨੂੰ ਵੀ ਖੰਭੇ ਤੇ ਚੜਾ ਰੱਖਿਆ ਸੀ। ਯਾਰ ਕਿੱਦਾਂ ਦੀਆਂ ਗੱਲਾਂ, ਕੀ ਪੰਜਾਬ ਇਹ ਕੁਛ ਮੰਗਦਾ ਸੀ ਵੀ ਖੰਭਿਆਂ ਤੇ ਚੜ੍ਹ ਜਾਓ ਜਦੋਂ ਤੁਹਾਡੀ ਵਾਰੀ ਆਈ? ਸੋ ਇਸ ਕਰਕੇ ਇਹ ਸਭ ਨਿਰਾ ਪੂਰਾ ਝੂਠ ਹੈ। ਬਈ ਸਿੱਧੂ ਮੂਸੇਵਾਲੇ ਦਾ ਕੀ ਸਮਝਦੇ ਹੋ ਕਿ ਇਨਸਾਫ ਮਿਲੂ ਉਸਦੇ ਮਾਪਿਆਂ ਨੂੰ? ਹਾਂ ਯਾਰ, ਜੇ ਤੁਸੀਂ ਬੜਾ ਸੋਹਣਾ ਸਵਾਲ ਕੀਤਾ। ਜੇ ਸਾਡਾ ਆਪਣਾ ਭਰਾ ਸੀ ਸਿੱਧੂ ਮੂਸੇਵਾਲਾ, ਮੈਂ ਸਮਝਦਾ ਜਿਹੜੇ ਇਦਾਂ ਦੇ ਨੌਜਵਾਨ ਆ, ਸਦੀਆਂ 'ਚ ਕਦੇ ਇੱਕ ਵਾਰ ਸਦੀਆਂ ਦੇ ਵਿੱਚ ਕਦੇ ਇਦਾਂ ਦੇ ਨੌਜਵਾਨ ਆਉਂਦੇ ਆ। ਜਿੱਦਾਂ ਦਾ ਨੌਜਵਾਨ ਸਾਡੇ ਕੋਲੇ ਆਇਆ ਸੀ, ਇੱਕ ਐਸਾ ਨੌਜਵਾਨ ਸੀ ਜਿਹੜਾ ਮਹੀਨੇ ਦੇ ਵਿੱਚ 2.5 ਕਰੋੜ ਦੇ ਲਗਭਗ ਜਿਹੜਾ ਟੈਕਸ ਭਰਦਾ ਸੀ। ਹੁਣ ਤੁਸੀਂ ਬਦਲਾਅ ਦੀ ਗੱਲ ਜਿਹੜੀ ਤੁਸੀਂ ਮੈਨੂੰ ਪੁੱਛੀ ਸੀ, ਉਹ ਫੇਰ ਇੱਥੇ ਆ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ 2.5 ਕਰੋੜ ਰੁਪਏ ਟੈਕਸ ਦੇਣ ਵਾਲੇ ਨੌਜਵਾਨਾਂ ਨੂੰ ਬਚਾ ਨਹੀਂ ਸਕਦੀਆਂ, ਉਹਨਾਂ ਤੋਂ ਆਮ ਲੋਕ ਕੀ ਉਮੀਦ ਲਾਈ ਬੈਠੇ ਆ। ਪਰ ਅੱਜ ਤੁਸੀਂ ਦੇਖੋ ਉਹਨਾਂ ਦੀ ਮਾਂ ਤੇ ਉਹਨਾਂ ਦੇ ਪਿਓ ਦੇ ਅੱਖਾਂ ਦੇ ਹੰਝੂ ਜੇ ਤੁਸੀਂ ਵੇਖੋ ਤਾਂ ਉਹ ਵੇਖੇ ਨਹੀਂ ਜਾਂਦੇ, ਜਿਨ੍ਹਾਂ ਦਾ ਪੁੱਤ ਇੱਕ ਫਰਸ਼ ਤੋਂ ਅਰਸ਼ ਤੇ ਚੱਲ ਗਿਆ ਸੀ ਤੇ ਉਹਨਾਂ ਪੂਰੀ ਦੁਨੀਆ ਦੇ ਵਿੱਚ ਨਾਮ ਬਣਾ ਲਿਆ ਸੀ। ਜੇ ਗੱਲ ਕਰੀਏ ਸਾਡੀ ਪੱਗ ਦੀ, ਜਿਹੜੀ ਉਹ ਆਪਣੇ ਗਾਣੇ ਦੇ ਵਿੱਚ ਵੀ ਬੋਲਦਾ ਸੀ ਤੇ ਗੋਰੇ ਕਾਲਿਆਂ ਦੇ ਤੱਕ ਉਹਨੇ ਪੱਗ ਦੀ ਜਿਹੜੀ ਸਾਡੀ ਪਹਿਚਾਣ ਆ ਜਿਹੜੀ ਬਣਾਈ ਸੀ। ਪਰ ਇਹਨਾਂ ਦੇ ਇੱਕ ਬੜੇ ਨਲਾਇਕ, ਮੈਂ ਕਹੂੰਗਾ ਨਲਾਇਕ ਬੰਦਾ ਸੀ ਜਿਹੜਾ ਇਹਨਾਂ ਦਾ ਮੀਡੀਆ ਸਲਾਹਕਾਰ ਲਾਇਆ ਸੀ, ਬਲਤੇਜ ਬੰਨੂ, ਜਿਹਦੀ ਨਲਾਇਕੀ ਕਰਕੇ ਜਿਹਨੇ ਪਹਿਲਾਂ ਤਾਂ ਸਰਕਾਰ ਨੇ ਦੀ ਸਿਕਿਉਰਿਟੀ ਘਟਾਈ। ਤੁਹਾਨੂੰ ਪਤਾ ਹੈ ਸਿਕਿਉਰਿਟੀ ਘਟਾਉਣ ਤੋਂ ਬਾਅਦ ਦੇ ਵਿੱਚ ਕੀ ਕੀਤਾ ਕਿ ਉਹਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤਾ ਔਰ ਉਸ ਤੋਂ ਬਾਅਦ ਹੀ ਇਹਦੇ ਤੇ ਹਮਲਾ ਹੁੰਦਾ ਤੇ ਗੈਂਗਸਟਰਵਾਦ ਦੇ ਵਿੱਚ ਜਿਹੜਾ ਸਾਡਾ ਭਰਾ ਮਾਰਿਆ ਜਾਂਦਾ। ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ। ਔਰ ਸਾਨੂੰ, ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਾਡੇ ਕੋਲ ਆਏ ਹੈਗੇ ਹੋ, ਸਾਡੀ ਗੱਲਬਾਤ ਕਰਦੇ ਹੋ, 34 ਸਾਲਾਂ ਤੋਂ ਲੈ ਕੇ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੇ ਨਾਲ ਜਿਹੜੇ ਲੋਕ ਜੁੜੇ ਨੇ ਜਾਂ ਜਿਹੜੇ ਲੋਕ ਵੇਖਦੇ ਆ, ਤੇ ਉਹ ਇੱਕੋ ਹੀ ਨੱਕ ਦੀ ਸੇਧ ਨੂੰ ਗਿਆ, ਸਿਰਫ ਇਨਸਾਫ ਦੀ ਗੱਲ ਕੀਤੀ ਹੈ। ਪਰ ਇੱਥੇ ਵੀ ਅਸੀਂ ਸਿੱਧੂ ਮੂਸੇਵਾਲੇ ਦੇ ਮਾਪਿਆਂ ਦੀ ਆਵਾਜ਼ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਪਾਰਲੀਮੈਂਟ ਦੇ ਵਿੱਚ ਚੁੱਕੀ ਹੈ, ਉੱਥੇ ਹੀ ਸਰਦਾਰ ਸਿਮਰਨਜੀਤ ਮਾਨ ਸਾਹਿਬ ਦੀ ਜਿਹੜੀ ਪੂਰੀ ਪਾਰਟੀ ਹੈ ਔਰ ਜਿੰਨੇ ਉਹਦੇ ਆਗੂ ਹੈ, ਜਿੰਨਾ ਟਾਈਮ ਇਨਸਾਫ ਨਹੀਂ ਮਿਲ ਜਾਂਦਾ ਤਾਂ ਲਗਾਤਾਰ ਡਟ ਕੇ ਉਹਦੇ ਮਾਪਿਆਂ ਦੇ ਨਾਲ ਜਿਹੜਾ ਸਹਿਯੋਗ ਦਿੰਦੇ ਰਹਿਣ। ਬਈ ਪੰਜਾਬ ਦੇ ਲੋਕਾਂ ਨੂੰ ਉਮੀਦ ਬਹੁਤ ਸੀ ਭਗਵੰਤ ਮਾਨ ਤੋਂ ਕਿ ਭਗਵੰਤ ਮਾਨ ਨੂੰ ਸੀਐਮ ਬਣਾਵਾਂਗੇ ਤਾਂ ਬਦਲਾਅ ਆ ਜਾਊਗਾ, ਕਿ ਜਿਵੇਂ ਭਗਵੰਤ ਮਾਨ ਕਹਿੰਦੇ ਨਸ਼ੇ ਬੰਦ ਕਰਾਂਗੇ, ਅਸੀਂ ਬੇਅਦਬੀ ਦਾ ਇਨਸਾਫ ਦੇਵਾਂਗੇ, ਘਰ ਘਰ ਨੌਕਰੀ ਅਸੀਂ ਦੇਵਾਂਗੇ, ਬੇਰੁਜ਼ਗਾਰ ਨਹੀਂ ਹੋਣਗੇ ਪੰਜਾਬ ਦੇ ਨੌਜਵਾਨ। ਪੰਜਾਬ ਦੀ ਨੌਜਵਾਨ ਪੀੜ੍ਹੀ ਬਾਹਰ ਜਾ ਰਹੀ ਆ, ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਵਾਂਗੇ। ਕਿ ਭਗਵੰਤ ਮਾਨ ਨੇ ਵਾਅਦੇ ਆਪਣੇ ਪੂਰੇ ਕੀਤੇ ਆ? ਪਰਸਨਲੀ ਤੁਹਾਨੂੰ ਕੀ ਲੱਗਦਾ? ਨਿਰਭਉ ਵੀਰ, ਜੇ ਆਪਾਂ ਗੱਲ ਕਰੀਏ ਨਾ ਜਿਹੜੀ ਤੁਸੀਂ ਕੀਤੀ ਆ ਭਗਵੰਤ ਮਾਨ ਦੀ, ਜਾਂ ਆਪਾਂ ਗੱਲ ਕਰੀਏ ਸੀਐਮ ਦੀ, ਔਰ ਮੈਂ ਕਹਿੰਦਾ ਵੀ ਜੋ ਮੈਂ ਆਪਣੀ ਅੱਖੀਂ ਦੇਖਿਆ ਔਰ ਜੋ ਮੇਰੇ ਕੰਨਾਂ ਨੇ ਸੁਣਿਆ, ਜੇ ਆਪਾਂ ਗੱਲ ਕਰੀਏ ਦਰਬਾਰਾ ਸਿੰਘ ਤੋਂ ਗੱਲ ਕਰੀਏ, ਸੀਐਮ ਯੈਲ ਸਿੰਘ ਤੋਂ ਗੱਲ ਕਰੀਏ, ਸੀਐਮ ਸੁਰਜੀਤ ਸਿੰਘ ਬਰਨਾਲਾ ਤੋਂ ਗੱਲ ਕਰੀਏ ਔਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰ ਲਈਏ, ਤੇ ਭਾਵੇਂ ਅੱਜ ਅਸੀਂ ਭਗਵੰਤ ਮਾਨ ਦੀ ਗੱਲ ਕਰ ਲਈਏ, ਤਾਂ ਇਹ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਹਿੰਦੂ ਤੋਂ ਵੀ ਡੀਪ ਸਟੇਟ ਦੇ ਅੰਡਰ ਚੱਲਣ ਵਾਲੇ ਔਰ ਉਹਨਾਂ ਦੇ ਸਾਰੇ ਤੇ ਚੱਲਣ ਵਾਲੇ ਜਿਹੜੇ ਸੀਐਮ ਆ ਹੁਣ ਤੱਕ ਜਿਹੜੇ ਇਹ ਹੋਏ ਆ, ਭਾਵੇਂ ਇਹ ਅੱਜ ਆਪਾਂ ਸੀਐਮ ਭਗਵੰਤ ਮਾਨ ਦੀ ਗੱਲ ਕਰੀਏ, ਇਹ ਵੀ ਉੱਥੋਂ ਦੇ ਸਾਰਿਆਂ ਦੀ ਗੱਲ ਜਿਹੜੇ ਹੈਗੇ ਆ ਚੱਲਦੇ ਹੈਗੇ ਆ, ਦਿੱਲੀ ਤੋਂ ਚੱਲਦੇ ਆ। ਪਰ ਹੁਣ ਜੇ ਇੱਕ ਵੱਡੀ ਹੋਰ ਗੱਲ ਦੱਸਾਂ, ਪੰਜਾਬ ਨੂੰ ਸੋਨੇ ਦੀ ਚਿੜੀ, ਕੀ ਪੰਜਾਬ ਸੋਨੇ ਦੀ ਚਿੜੀ ਸੈਂਟਰ ਤੋਂ ਕਰਜ਼ਾ ਲਿਆ ਕੇ ਬਣੂਗਾ? ਜਦੋਂ ਜਾਂਦੇ ਆ ਨਿੱਤ ਦਿਨ ਉੱਥੇ ਪੈਸਾ ਜਾਂਦੇ ਆ ਤੇ ਕਰਜ਼ਾ ਚੁੱਕ ਲਿਆਉਂਦੇ, ਕਰਜ਼ੇ 'ਚ ਤਾਂ ਪਹਿਲਾਂ ਹੀ ਬੜਾ ਡੁੱਬਿਆ ਹੋਇਆ। ਸੋ ਕਿਤੇ ਨਾ ਕਿਤੇ ਦੇਖਣ ਦੀ ਇਹ ਗੱਲ ਸੀ ਵੀ ਜਿਹੜਾ ਕਰਜ਼ੇ ਦੇ ਵਿੱਚੋਂ ਪੰਜਾਬ ਨੂੰ ਕੱਢਣਾ ਕਿੱਦਾਂ, ਠੀਕ ਹੈ, ਕਿਵੇਂ ਘੱਟ ਕਰਜ਼ਾ ਲੈ ਕੇ ਜਿਹੜਾ ਪੰਜਾਬ ਨੂੰ, ਹੁਣ ਤੁਸੀਂ ਇਹਦੀ ਕਾਰਗੁਜ਼ਾਰੀ ਦੀ ਗੱਲ ਕੀਤੀ ਹੈ। ਜੇ ਮੈਂ ਗੱਲ ਕਰਾਂ ਇਹਨਾਂ ਦੇ ਦਫ਼ਤਰ ਦੀ, 30 ਤੋਂ 31 ਲੱਖ ਰੁਪਏ ਦੇ ਇਹਦਾ ਜਿਹੜਾ ਸਟਾਫ ਲਾ ਲਈਏ, ਚਾਹੇ ਇਹਨਾਂ ਨੂੰ ਵਿੱਚ ਲਾ ਲਈਏ, ਚਾਹ ਤੇ ਪਕੌੜੇ ਖਾ ਗਏ। ਹੁਣ ਤੁਸੀਂ ਮੈਨੂੰ ਦੱਸੋ, ਜਿਹੜੇ 30 ਤੋਂ 31 ਲੱਖ ਰੁਪਏ ਦੇ ਚਾਹ ਤੇ ਪਕੌੜੇ ਖਾ ਜਾਣਗੇ, ਕੀ ਇਹ ਪੰਜਾਬ ਨੂੰ ਕਰਜ਼ੇ ਦੇ ਵਿੱਚੋਂ ਬਾਹਰ ਕੱਢਣਗੇ? ਸੋ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੇ ਹੈਗੇ ਆ ਸਾਰੇ ਦੇ, ਜਿਵੇਂ ਇਹਨਾਂ ਨੇ ਇੱਕ ਗੱਲ ਇਹ ਵੀ ਚੱਲ ਰਹੀ ਹੈ ਸੋਸ਼ਲ ਮੀਡੀਆ ਤੇ, ਇੱਕ ਪੋਸਟਰ ਬਹੁਤ ਵਾਇਰਲ ਹੋ ਰਿਹਾ, ਇਹਨਾਂ ਦੇ ਐਮਐਲਏ ਮੰਤਰੀ ਵੀ ਪਾ ਰਹੇ ਆ ਕਿ ਪਤੰਗਬਾਜ਼ੀ ਦਾ ਮੁਕਾਬਲਾ,
ਕਿ ਜਿਹੜਾ ਪਤੰਗਬਾਜ਼ੀ ਦੇ ਮੁਕਾਬਲੇ 'ਚ ਜਿੱਤਿਆ ਉਹਨੂੰ 5 ਲੱਖ ਰੁਪਇਆ ਦੇਵਾਂਗੇ। ਕਿਵੇਂ ਦੇਖਦੇ ਹੋ ਇਨਾਮ ਨੂੰ? ਬਾਈ ਇਹ ਤਾਂ ਨਾ ਇਹਨਾਂ ਦੀਆਂ ਇਹ ਸਾਰੀਆਂ ਇਹ ਉਹੀ ਬੀਬੀ ਨਹੀਂ ਹੈਗੀ ਜਿਹੜੀ ਐਮਐਸਪੀ ਦੀ ਗੱਲ ਕਰਦੀ, ਜਿਹੜੀ ਕਹਿੰਦੀ ਐਮਐਸਪੀ ਦੇਵਾਂਗੇ, ਉਹੀ ਬੀਬੀ ਹੈ ਨਾ ਇਹ ਜਿਹਨੇ ਕਿਹਾ ਵੀ 5 ਲੱਖ ਦੇਵਾਂਗੇ। ਇੱਕ ਪਾਸੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਅਵਲ ਆ ਰਹੇ ਨੇ, ਜਿਹੜੇ ਪੋਜੀਸ਼ਨਾਂ ਹਾਸਲ ਕਰ ਰਹੇ ਨੇ, ਉਹਨਾਂ ਨੂੰ 51000 ਇੱਕ ਪਾਸੇ ਉਹਨਾਂ ਨੂੰ 51000 ਰੁਪਏ ਦਾ ਇਨਾਮ ਦਿੱਤਾ ਜਾਂਦਾ ਤੇ ਦੂਜੇ ਪਾਸੇ ਪਤੰਗ ਚੜਾਉਣ ਵਾਲੇ ਨੂੰ 5 ਲੱਖ ਦਾ ਇਨਾਮ ਦਿੱਤਾ ਜਾਂਦਾ। ਔਰ ਇੱਕ ਸਵਾਲ ਤੁਸੀਂ ਪਿਛਲੀ ਵਾਰ ਕੀਤਾ ਸੀ, ਉਹ ਮੈਂ ਸਕਿਪ ਹੋ ਗਿਆ ਸੀ। ਤੁਸੀਂ ਕਿਹਾ ਸੀ ਜਿਹੜੇ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਸੀ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹਨਾਂ ਨੇ ਉਧਰੋਂ ਇੱਧਰ ਲੈ ਕੇ ਆਉਣ ਦੀ ਗੱਲ ਕੀਤੀ ਸੀ। ਮੈਂ ਸਮਝਦਾ ਇਹ ਉਧਰਲੇ ਨੂੰ ਇੱਧਰ ਲਿਆਉਣ ਦੀ ਗੱਲ ਛੱਡੋ, ਜਿਹੜੇ ਇੱਧਰ ਵਾਲੇ ਨੌਜਵਾਨ ਨੇ ਇਕੱਲੇ ਉਹਨਾਂ ਨੂੰ ਹੀ ਸਾਂਭ ਲੈਣ ਬਾਈ। ਨਿਤ ਦਿਨ ਚਿੱਟੇ ਦੇ ਨਾਲ ਜਿਹੜੀਆਂ ਹੈਗੀਆਂ ਮੌਤਾਂ ਹੋ ਰਹੀਆਂ, ਹਾਲੇ ਤੱਕ ਇਹਨਾਂ ਨੇ ਜਿਹੜਾ ਹੈਗਾ ਚਿੱਟੇ ਤੇ ਔਰ ਨਸ਼ੇ ਦੇ ਉੱਤੇ ਇਹਨਾਂ ਤੋਂ ਕਾਬੂ ਨਹੀਂ ਪਾਇਆ ਗਿਆ। ਤੁਸੀਂ ਦੇਖੋ ਮੇਰੀ ਜਵਾਨੀ ਥੋੜੀ ਆ, ਤੁਸੀਂ ਨਿਰਭਉ ਵੀਰ ਅਖਬਾਰ ਚੁੱਕੋ ਔਰ ਅਖਬਾਰਾਂ ਦੇ ਵਿੱਚ ਦੇਖੋ ਹਰ ਰੋਜ਼ ਚਿੱਟੇ ਨਾਲ ਮੁੱਕੇ ਨੌਜਵਾਨਾਂ ਦੀਆਂ ਕੱਲ੍ਹ ਜਾਂ ਪਰਸੋਂ ਦੀ ਗੱਲ ਆ 16 ਸਾਲ ਬੱਚੇ ਦੀ ਜਿਹੜੀ ਡੈਥ ਦੀ ਖਬਰ ਆ ਜਿਹੜੀ ਚੱਲ ਰਹੀ ਹੈ, ਸਿਰਫ 16 ਸਾਲ ਦਾ ਬੱਚਾ ਜਿਹੜਾ ਚਿੱਟੇ ਕਰਕੇ ਮਾਰਿਆ ਗਿਆ। ਤੇ ਹੁਣ ਮੈਨੂੰ ਦੱਸੋ ਵੀ ਇਹ ਉਧਰਲੇ ਬੱਚਿਆਂ ਨੂੰ ਕਿੱਥੋਂ ਮੋੜ ਲਿਆਉਣਗੇ? ਸੋ ਇਸ ਕਰਕੇ ਜੇ ਇਹ ਚਾਹੁੰਦੇ ਆ ਕਿ ਅਸੀਂ ਬੱਚਿਆਂ ਨੂੰ ਉਧਰੋਂ ਮੋੜਨ ਦੀ ਬਜਾਏ ਜਿਹੜੇ ਸਾਡੇ ਬੱਚੇ ਇੱਥੇ ਹੈਗੇ ਆ, ਸਾਡੇ ਨੌਜਵਾਨ, ਉਹਨਾਂ ਲਈ ਰੁਜ਼ਗਾਰ ਮੁਹੱਈਆ ਕਰਾਉਣ। ਜੇ ਵਾਕਈ ਇਮਾਨਦਾਰ ਨਹੀਂ, ਜਿਹੜੇ ਇੱਥੇ ਬੱਚੇ ਰਹਿ ਗਏ ਉਹਨਾਂ ਨੂੰ ਨਸ਼ੇ ਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਨ। ਸੋ ਇਸ ਕਰਕੇ ਇਹੀ ਇਹਨਾਂ ਦੀ ਇਮਾਨਦਾਰੀ ਪੱਖੀ ਜਿਹੜੀ ਸ਼ਖਸੀਅਤ ਹੋਊਗੀ ਜੇ ਇਹਨਾਂ ਗੱਲਾਂ ਦੇ ਉੱਤੇ ਖਰੇ ਉਤਰਦੇ। ਬਾਈ 1 ਸਾਲ ਹੋ ਗਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਐਮਪੀ ਬਣੇ ਹੋਏ, ਕੀ ਦੇਖਦੇ ਹੋ ਸਾਲ ਵਿੱਚ ਕੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਨੇ ਤੁਹਾਡੀ ਪਾਰਟੀ ਵੱਲੋਂ? ਬਿਲਕੁਲ ਜੀ, ਬੜਾ ਅੱਛਾ ਸਵਾਲ ਨਿਰਭਉ ਸਿੰਘ ਜੀ ਤੁਸੀਂ ਕੀਤਾ ਹੈ ਕਿ ਸਰਦਾਰ ਸਿਮਰਨਜੀਤ ਮਾਨ ਸਾਹਿਬ ਜੋ ਹੈ ਪਿਛਲੇ 1 ਸਾਲ ਤੋਂ ਜੋ ਐਜ਼ ਏ ਐਮਪੀ ਦੀਆਂ ਸੇਵਾਵਾਂ ਜਿਹੜੀਆਂ ਸੰਗਰੂਰ ਦੇ ਵਿੱਚ ਨਿਭਾ ਰਹੇ ਹੈ। ਔਰ ਜੇ ਆਪਾਂ ਗੱਲ ਕਰੀਏ ਵਿਕਾਸ ਕਾਰਜਾਂ ਦੀ, 13 ਮੈਂਬਰ ਆਫ ਪਾਰਲੀਮੈਂਟ ਪੂਰੇ ਪੰਜਾਬ 'ਚ ਨੇ ਜੀ। 13 ਦੇ ਵਿੱਚੋਂ ਜੇ ਤੁਸੀਂ ਪੰਜਾਬ ਦੇ ਵਿੱਚ ਜੇ ਤੁਸੀਂ 542 ਟੋਟਲ ਮੇਰੇ ਖਿਆਲ ਨਾਲ ਹੋਣਗੇ ਪੂਰੇ ਭਾਰਤ ਸਟੇਟ ਦੇ, ਹਨਾ। ਸੋ ਜੇ ਤੁਸੀਂ ਉਹਨਾਂ ਦੇ ਵਿੱਚੋਂ ਦੇਖੋਗੇ ਤਾਂ ਇੱਕੋ ਇੱਕ ਐਮਪੀ ਤੁਹਾਨੂੰ ਕੰਮ ਕਰਦਾ ਦਿਖੂਗਾ। ਮੈਂ ਵਾਅਦੇ ਨਾਲ ਕਹਿ ਸਕਦਾ, ਤੁਸੀਂ ਮੈਨੂੰ ਦਿਖਾ ਦਿਓ ਬਾਕੀ, ਠੀਕ ਹੈ, ਕਿ ਸਿਮਰਨਜੀਤ ਮਾਨ ਸੋ ਜਿੱਦਨੇ ਤੋਂ ਐਮਪੀ ਬਣੇ ਨੇ, ਭਾਵੇਂ ਉਹ 34 ਸਾਲਾਂ ਤੋਂ ਲੈ ਕੇ ਨਹੀਂ ਟਿਕੇ, ਲਗਾਤਾਰ ਉਹ ਕੌਮ ਦੀ ਸੇਵਾ ਕਰਦੇ ਆ ਰਹੇ ਆ, ਪਰ ਜਦੋਂ ਤੋਂ ਐਮਪੀ ਦੀ ਸੇਵਾ ਮਿਲੀ ਹੈ ਤੇ ਐਮਪੀ ਦੀ ਸੇਵਾ ਦੇ ਵਿੱਚ ਤੁਸੀਂ ਦੇਖੋਗੇ ਕਿ 1 ਸਾਲ ਦੇ ਵਿੱਚ ਸਰਦਾਰ ਸਿਮਰਨਜੀਤ ਮਾਨ ਸਾਹਿਬ ਆਪਣੇ ਘਰ ਨਹੀਂ ਵੜੇ, ਉਹਨਾਂ ਨੇ ਪੂਰੇ ਹਲਕੇ ਦੇ ਵਿੱਚ ਜਾ ਕੇ, ਔਰ ਸੰਗਰੂਰ ਦੇ ਵਿੱਚ ਗੱਲ ਕਰ ਲਈਏ ਤੇ ਭਾਵੇਂ ਮਲੇਰਕੋਟਲੇ ਦੀ ਗੱਲ ਕਰ ਲਈ ਤੇ ਬਰਨਾਲੇ ਦੀ ਗੱਲ ਕਰ ਲਈਏ, ਬਰਨਾਲੇ ਦੇ ਲਈ ਉਹਨਾਂ ਨੇ 74 ਕਰੋੜ ਰੁਪਏ, ਠੀਕ ਹੈ, ਜੇ ਸੰਗਰੂਰ ਦੀ ਗੱਲ ਕਰ ਲਈ ਤਾਂ 164 ਕਰੋੜ ਰੁਪਏ, ਤੇ ਜੇ ਮਲੇਰਕੋਟਲੇ ਦੀ ਗੱਲ ਕਰ ਲਈ ਤਾਂ 53 ਕਰੋੜ ਰੁਪਏ ਦਾ ਜਿਹੜਾ ਹੈਗਾ ਉਹ ਬਿਜਲੀ ਦੇ ਨਵੀਨੀਕਰਨ ਲਈ ਸਰਦਾਰ ਸਿਮਰਨਜੀਤ ਮਾਨ ਸਾਹਿਬ ਸੈਂਟਰ ਦੇ ਵੱਲੋਂ ਲੈ ਕੇ ਆਇਆ। ਔਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਿਹੜੀਆਂ ਲੋਕਾਂ ਦੀਆਂ ਜਿੱਦਾਂ ਬੁਨਿਆਦੀ ਸਹੂਲਤਾਂ ਹੁੰਦੀਆਂ, ਜਿਨ੍ਹਾਂ ਦੇ ਵਿੱਚ ਸਾਡੇ ਲੋਕ ਜਿਹੜੇ ਹੈਗੇ ਆ ਤਕੜੀਆਂ ਬਿਮਾਰੀਆਂ ਦੇ ਵਿੱਚ ਜਕੜੇ ਜਾਂਦੇ ਆ, ਜਿਹੜੀਆਂ ਬਿਮਾਰੀਆਂ ਦੇ ਖਰਚਾ ਵੀ ਜ਼ਿਆਦਾ ਹੁੰਦਾ ਔਰ ਉਹਨਾਂ ਦੇ ਸਿਹਤ ਵੀ ਜ਼ਿਆਦਾ ਨਾਜ਼ੁਕ ਹੋ ਜਾਂਦੀ ਹੈ, ਉਸ ਦੇ ਲਈ ਮੈਂਬਰ ਆਫ ਪਾਰਲੀਮੈਂਟ ਇੱਕ ਲੈਟਰ ਦੇ ਉੱਤੇ ਜਿਹੜਾ ਹੈਗਾ ਮਦਦ ਉਹਨਾਂ ਦੀ ਕਰਦਾ ਹੈਗਾ। ਉਹਦੇ ਵਿੱਚ 2.5 ਤੋਂ 3 ਲੱਖ ਰੁਪਏ ਦੀ ਸ਼ਾਇਦ ਹੈਗੀ ਹੈ ਮਦਦ ਹੁੰਦੀ ਹੈ। ਕਈ 100 ਮਰੀਜ਼ਾਂ ਨੂੰ ਸਰਦਾਰ ਸਿਮਰਨਜੀਤ ਮਾਨ ਸਾਹਿਬ ਉਹ ਮਦਦ ਹੈ ਜਿਹੜੀ ਦਵਾ ਚੁੱਕਿਆ। ਔਰ ਇਹ ਮਦਦ ਇਦਾਂ ਨਹੀਂ ਕਿ ਲੋਕ ਇਹ ਉਹੀ ਮਦਦ ਆ ਬਾਈ ਜੀ ਜੋ ਫਾਰਮ ਭਰੇ ਜਾ ਰਹੇ ਨੇ ਤੁਹਾਡੀ ਪਾਰਟੀ ਵੱਲੋਂ ਕਿ ਕੈਂਸਰ ਦੇ ਮਰੀਜ਼ਾਂ ਨੂੰ 3 ਲੱਖ ਰੁਪਇਆ ਦਵਾਵਾਂਗੇ। ਬਿਲਕੁਲ ਬਾਈ, ਇਹ ਐਵੇਂ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਵੀ ਇਹੀ ਗੱਲ ਹੀ ਬੋਲਣ ਲੱਗਿਆ ਸੀ ਕਿ ਲੋਕਾਂ ਨੂੰ ਪਤਾ ਲੱਗਦਾ ਉਦੋਂ ਜਾਂਦੇ ਆ, ਪਰ ਲੋਕਾਂ ਦੇ ਵਿੱਚ ਜਿਹੜੇ ਮਾਨ ਸਾਹਿਬ ਦੇ ਕਾਰਜ ਜਿਹੜੇ ਹੈਗੇ ਨੇ, ਜਿੱਦਾਂ ਅਸੀਂ ਕਹਿੰਦੇ ਵੀ ਮਾਨ ਸਾਹਿਬ ਦੇ ਆਗੂ ਹੈਗੇ ਨੇ, ਉਹ ਜਾਂਦੇ ਆ ਪਿੰਡਾਂ ਦੇ ਵਿੱਚ ਔਰ ਕੈਂਪ ਲਾਉਂਦੇ ਆ, ਉੱਥੇ ਜਾ ਕੇ ਦੱਸਦੇ ਆ ਕਿ ਇੱਕ ਐਮਪੀ ਤੁਹਾਨੂੰ ਕੀ ਸਹੂਲਤਾਂ ਦੇ ਸਕਦਾ ਹੈ, ਠੀਕ ਹੈ। ਉੱਥੋਂ ਜਾ ਕੇ ਫਿਰ ਉਹ ਫਾਰਮ ਭਰੇ ਜਾਂਦੇ ਆ। ਕਈ 100 ਫਾਰਮ ਇਹਨਾਂ ਦੇ ਲਈ, ਜੇ ਉਹ ਲਿਵਰ ਖਰਾਬ ਹੋਵੇ ਜਾਂ ਫੇਫੜੇ ਖਰਾਬ ਹੋਣ ਜਾਂ ਟਿਊਮਰ ਦੇ ਕੈਂਸਰ ਦੇ ਪੇਸ਼ੈਂਟ ਮਰੀਜ਼ ਹੋਣ, ਉਹਨਾਂ ਦੇ ਲਈ ਕਈ 100 ਫਾਰਮ ਬਾਈ ਭਰੇ ਜਾ ਚੁੱਕੇ ਆ, ਠੀਕ ਹੈ। ਇਸ ਤੋਂ ਇਲਾਵਾ ਇਲਾਜ ਲਈ ਪੈਸੇ ਕਿੰਨਿਆਂ ਨੂੰ ਆ ਗਏ ਅੰਦਾਜ਼ਾ ਤੁਹਾਡਾ? ਕਈ 100 ਮਰੀਜ਼ਾਂ ਨੂੰ ਜਿਹੜੇ ਹੈਗੇ ਆ ਉਹ ਇਲਾਜ ਲਈ ਪੈਸੇ ਜਿਹੜੇ ਆ ਚੁੱਕੇ ਆ। ਤੇ ਉਹ ਤਾਂ ਤੁਸੀਂ ਜੋ ਹੁਣੇ ਤੁਸੀਂ ਗੱਲ ਕੀਤੀ ਆ ਬਿਜਲੀ ਦੇ ਨਵੀਨੀਕਰਨ ਲਈ ਬਰਨਾਲੇ ਨੂੰ 74 ਕਰੋੜ ਕਿਹਾ ਤੁਸੀਂ, ਸੰਗਰੂਰ ਨੂੰ 164 ਕਰੋੜ, ਮਲੇਰਕੋਟਲੇ ਨੂੰ 53 ਕਰੋੜ। ਇਸ ਨਵੀਨੀਕਰਨ ਵਿੱਚ ਕੀ ਹੋਏਗਾ? ਇਸ ਨਵੀਨੀਕਰਨ ਦੇ ਵਿੱਚ ਜਿਹੜੀ ਹੈਗੀ ਆ ਜਿੰਨੀ ਬਿਜਲੀ ਦੀ ਸਮੱਸਿਆਵਾਂ ਸੀ ਜਾਂ ਉਹਨਾਂ ਦੀਆਂ ਪੁਰਾਣੀਆਂ ਵਾਇਰਸ ਸੀਗੀਆਂ ਜਾਂ ਹੋਰ ਜਿੰਨੀਆਂ ਵੀ ਦਿੱਕਤਾਂ ਆ ਰਹੀਆਂ ਸੀ ਉੱਥੋਂ ਦੇ ਵਿਭਾਗ ਨੂੰ, ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਨਵੀਨੀਕਰਨ ਕੀਤਾ ਜਾਣਾ, ਠੀਕ ਹੈ। ਤਾਂ ਕਿ ਜੇ ਆਪਾਂ ਜਿਵੇਂ ਗੱਲ ਕਰ ਰਹੇ ਸੀ ਬਿਜਲੀ ਘਟ ਗਈ, ਕਿਸੇ ਦਾ ਫ੍ਰਿਜ ਸੜ ਗਿਆ, ਕਿਸੇ ਦਾ ਕੂਲਰ ਸੜ ਗਿਆ, ਕਿਸੇ ਦਾ ਏਸੀ ਸੜ ਗਿਆ, ਉਹ ਸਾਰੀਆਂ ਚੀਜ਼ਾਂ ਦੇ ਲਈ ਇਹ ਜਿਹੜਾ ਹੈਗਾ ਇਹ ਪੈਸਾ ਜਿਹੜਾ ਨਵੀਨੀਕਰਨ ਦੇ ਲਈ ਵਰਤਿਆ ਜਾਣਾ, ਉਹ ਸਾਰੀਆਂ ਚੀਜ਼ਾਂ ਦੇ ਲਈ ਕੰਮ ਆਊਗਾ।